गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु अंगद देव जी दे जीवन प्रसंग। आओ उसका अगला हिस्सा सरवण करने की कोशिश करिए जी। 10वां है लाहौर दी संगत। लाहौर दुनी चंद लखपति रहिंदा सी। गुरु नानक देव ने इसनूं तारिया सी। तद तो इसने अपनी हवेली ढा के धर्मसाल बनाई सी। एक गुट्ठे अपने रहण लई 2 कोठड़ियां, एक सोफा ते एक बरसाती वाला निक्का जिहा घर बनाया सी। धर्मसाल विच अमृत वेले ते संझां वेले संगत आ जुड़दी ते उत्थे पाठ ते कीर्तन हुंदा। दोपहरां वेले दुनी चंद 2 घड़ियां मंडी चला जांदा ते थोड़ा कार विहार करके इन्ना कुछ कमा लिआउंदा जिस नाल धर्मसाल दा खर्च ਆਪਣੇ ਅਤੇ ਸਾਧ ਸੰਤ ਦੀ ਰੋਟੀ ਪਾਣੀ ਦੀ ਸੇਵਾ ਅਤੇ ਆਪਣੇ ਘਰ ਦਾ ਗਰੀਬੀ ਦਾਅਵੇ ਦਾ ਨਿਰਬਾਹ ਟੁਰਿਆ ਰਹੇ। ਪਹਿਲਾਂ ਲੱਖਾਂ ਦੀ ਕਮਾਈ ਤਾਂ ਗੁਰੂ ਆਗਿਆ ਵਿੱਚ ਲੋੜਵੰਦਾਂ ਵਿੱਚ ਵੰਡ ਚੁੱਕਾ ਸੀ। ਹੁਣ ਤਾਂ ਉਸ ਦਾ ਜੀਵਨ ਸੀ ਥੋੜਾ ਖਟਣਾ, ਵੰਡ ਛਕਣਾ ਤੇ ਭਲਾ ਕਰਨਾ, ਆਪ ਭਲੇ ਰਾਹੇ ਟੁਰਨਾ ਤੇ ਹੋਰਨਾਂ ਨੂੰ ਟੋਰਨਾ। ਇਸ ਦੇ ਇਸ ਮਹਾਨ ਤਿਆਗ ਦੇ ਉੱਚੇ ਸੁੱਚੇ ਜੀਵਨ ਤੇ ਗੁਰੂ ਨਾਨਕ ਪ੍ਰਸੰਨ ਸਨ। ਜਦ ਕਦੇ ਆਪ ਜੀ ਦੀ ਫੇਰੀ ਲਾਹੌਰ ਪੈਂਦੀ ਤਦ ਆਪ ਇਸੇ ਪਾਸ ਆ ਠਹਿਰਦੇ ਹੁੰਦੇ ਸਨ ਅਰ ਆਪਣੇ ਜੀਵਨ ਦਾਤੇ ਦਰਸ਼ਨਾਂ ਨਾਲ ਤੇ ਆਪਣੇ ਪਿਆਰ ਭਰੇ ਬਚਨ ਨਾਦ ਨਾਲ ਇਸ ਦੇ ਜੀਵਨ ਨੂੰ ਸੋਹਣੇ ਤੋਂ ਸੋਹਣਾ ਬਣਾਉਂਦੇ ਹੁੰਦੇ ਸਨ। ਇਹ ਗੁਰੂ ਸਵਾਰਿਆ ਪ੍ਰੇਮੀ ਪੁਰਸ਼ ਵੀ 5-6 ਮਹੀਨੇ ਤੋਂ ਗੁਰੂ ਨਾਨਕ ਦੇਵ ਜੀ ਦੇ ਬਿਰਹੇ ਵਿੱਚ ਵਿਆਕਲ ਸੀ। ਰਸੀਆ ਸੀ ਨਾਮ ਦਾ, ਵਾਹਿਗੁਰੂ ਨੂੰ ਵਿਆਪਕ ਵੇਖਦਾ ਸੀ ਵੀਰਾਂ ਵਿੱਚ ਤੇ ਵਿਆਪਕ ਵੇਂਦਾ ਸੀ ਵਾਹਿਗੁਰੂ ਨੂੰ ਵਿਸ਼ਵ ਵਿੱਚ, ਸਾਰੀ ਕੁਦਰਤ ਵਿੱਚ। ਫਿਰ ਵੀ ਗੁਰੂ ਵਿਛੋੜੇ ਦੀ ਵਿਥਿਆ ਯਾਨੀ ਪੀੜਾ ਵੈਰਾਗਿਆ ਰੱਖਦੀ ਸੀ। ਹਾਂ, ਵੈਰਾਗਿਆ ਰਹਿੰਦਾ ਸੀ ਇਸ ਦਾ ਮਨ ਉਸ ਮਿੱਤਰ ਵਿਚੋਲੇ ਦੇ ਵਿਯੋਗ ਨਾਲ ਜਿਸ ਦੇ ਮੇਲੇ ਨਾਲ ਪਛਾਣਿਆ ਸੀ ਕੰਤ ਨੂੰ। ਅੱਜ ਧਰਮਸਾਲ ਭੋਗ ਪੈਣ ਤੇ ਸੰਗਤ ਦੇ ਵਿਦਾ ਹੋ ਜਾਣ ਮਗਰੋਂ ਕਿਸੇ ਵੈਰਾਗ ਦੇ ਵੇਗ ਵਿੱਚ ਆ ਬੈਠਾ ਵੋਟੀ ਪਾਸ ਸੁਫੇ ਵਿੱਚ। ਦੁਨੀ ਚੰਦ ਭਾਗਵੰਤੀਏ, ਗੁਰੂ ਨਾਨਕ ਕਿਉਂ ਟੁਰ ਗਏ ਸਾਥੋਂ ਪਹਿਲੇ। ਭਾਗਵੰਤੀ ਦੇ ਨੈਣ ਵੀ ਭਰ ਆਏ, ਕੁਛ ਬੋਲ ਨਾ ਸਕੀ। ਦੁਨੀ ਚੰਦ ਮੈਨੂੰ ਜਦੋਂ ਸੂਈ ਦਿੱਤੀਆਂ ਨੇ ਤੇ ਬਚਨ ਕੀਤੋਂ ਨੇ ਦੁਨੀ ਚੰਦ ਇਹ ਸੰਭਾਲ ਰੱਖ, ਅੱਗੇ ਚੱਲ ਕੇ ਲਵਾਂਗੇ ਤੈਥੋਂ। ਤਦੋਂ ਮੈਂ ਜਾਤਾ ਸੀ ਕਿ ਦੁਨੀ ਚੰਦ ਨੇ ਦੁਨੀਆ ਤੋਂ ਪਹਿਲੇ ਟੁਰਨਾ ਹੈ, ਪਰ ਮੈਨੂੰ ਨਹੀਂ ਸੀ ਪਤਾ ਕਿ ਪਹਿਲੋਂ ਟੁਰਨਗੇ ਸੂਈ ਲੈਣ ਵਾਲੇ ਤੇ ਦੇਣ ਵਾਲਾ ਬੈਠਾ ਰਹੇਗਾ ਪਿੱਛੇ ਦੁਨੀਆ ਵਿੱਚ। ਸਿਰ ਫੇਰ ਕੇ ਹਾ ਤੇ ਛੋੜ ਜਾਣਗੇ ਵਿਲਕਦੇ ਨੂੰ ਉਸ ਦੁਨੀਆ ਵਿੱਚ ਜਿਸ ਤੋਂ ਵੈਰਾਗ ਕਰਾਇਆ ਸਨ ਆਪ। ਅਥਰੂ ਕਿਰਦੇ ਰਹੇ ਤੇ ਚੁੱਪ ਛਾਈ ਰਹੀ। ਫਿਰ ਬੋਲਿਆ, ਬੜੀ ਮਿਹਰ ਕਰਦੇ ਸਨ, ਬੜਾ ਪਿਆਰ ਕਰਦੇ ਸਨ। ਮੈਂ ਸਮਝਿਆ ਬਸ ਮੈਨੂੰ ਹੀ ਪਿਆਰ ਕਰਦੇ ਹਨ। ਜੇ ਇਹ ਗੱਲ ਹੁੰਦੀ ਤਾਂ ਕੱਲਿਆਂ ਕਿਉਂ ਟੁਰ ਪੈਂਦੇ, ਨਾਲ ਕਿਉਂ ਨਾ ਲੈ ਕੇ ਟੁਰਦੇ। ਭਾਗਵੰਤੀ ਮੈਨੂੰ ਤਾਂ ਜਦੋਂ ਤੁਸੀਂ ਸੂਈ ਲਿਆ ਕੇ ਦਿੱਤੀ ਸੀ ਕਿ ਸੰਭਾਲ ਕੇ ਰੱਖ, ਅੱਗੇ ਚੱਲ ਕੇ ਗੁਰੂ ਨੂੰ ਦੇਣੀ ਹੋਵੇਗੀ, ਮੈਂ ਤਾਂ ਤਦੋਂ ਹੀ ਲਖ ਲਿਆ ਸੀ ਬਈ ਸਾਨੂੰ ਸੁੱਤਿਆਂ ਨੂੰ ਜਗਾਵਣ ਆਪ ਆਇਆ ਏ। ਤਾਈਓ ਮੈਂ ਆਖਿਆ ਸੀ ਮੋੜ ਆਓ ਸੂਈ ਤੇ ਕਹੋ ਜੀ ਸਰੀਰ ਨਹੀਂ ਜਾਣਾ ਨਾਲ ਸੂਈ ਜਾਸੀ ਕਿੰਜ। ਤਦੋਂ ਸੋਹਣੇ ਸਾਈਂ ਨੇ ਤੁਸਾਂ ਦੇ ਸੀਨੇ ਕੱਸ ਕੇ ਮਾਰਿਆ ਤੀਰ ਪਿਆਰ ਦਾ। ਅਸੀਂ ਹੋ ਗਏ ਸਾਰੇ ਗੁਰੂ ਨਾਨਕ ਦੇ ਤੇ ਗੁਰੂ ਨਾਨਕ ਹੋ ਗਿਆ ਸਾਡਾ। ਇਹ ਕਹਿ ਕੇ ਚੁੱਪ ਹੋ ਗਈ। ਫਿਰ ਕੁਝ ਸੋਚ ਕੇ ਬੋਲੀ, ਪ੍ਰਾਣਪਤੀ ਜੀਓ, ਤੁਸਾਨੂੰ ਯਾਦ ਹੋਊ ਉਹ ਗੱਲ ਜੋ ਸ੍ਰੀ ਗੁਰੂ ਜੀ ਨੇ ਸਾਨੂੰ ਆਪਣੀ ਪਿਛਲੀ ਫੇਰੀ ਵਿੱਚ ਸਮਝਾਈ ਸੀ। ਦੁਨੀ ਚੰਦ ਮੇਰੇ ਯਾਦ ਨਹੀਂ, ਯਾਦ ਕਰਾ ਦਿਓ ਨਾ। ਇਹ ਸੁਣ ਕੇ ਸੁਆਣੀ ਬੋਲੀ, ਜੀਓ ਜੀ, ਗੁਰੂ ਜੀ ਨੇ ਆਖਿਆ ਸੀ ਦੁਨੀਆ ਦੇ ਸਾਰੇ ਤਲਾਵਾਂ ਨੂੰ ਚੰਦਰਮਾ ਅਪਣਾ ਲੈਂਦਾ ਹੈ। ਕਿਹੜੇ ਤਲਾਅ ਵਿੱਚ ਸਾਰਾ ਨਹੀਂ ਹੁੰਦਾ ਤੇ ਕਿਹੜਾ ਤਲਾਅ ਹੈ ਜਿਹੜਾ ਉਸਨੂੰ ਸਾਰਾ ਆਪਣਾ ਨਹੀਂ ਜਾਣਦਾ, ਤੇ ਉਹ ਵੀ ਜਿਸ ਵਿੱਚ ਹੈ ਉਸ ਦਾ ਸਾਰਾ ਹੈ। ਪਰ ਉਹ ਇੱਕ ਇੱਕ ਦਾ ਵੀ ਹੈ ਤੇ ਸਾਰਿਆਂ ਦਾ ਵੀ ਹੈ। ਫਿਰ ਆਪ ਨੇ ਸਮਝਾਇਆ ਸੀ ਕਿ ਅਸੀਂ ਨਿਰਜਿੰਦ ਤਲਾਅ ਨਹੀਂ,
ਅਸੀਂ ਸਜੀਵ ਹਾਂ। ਸਾਨੂੰ ਚਾਹੀਦਾ ਹੈ ਕਿ ਚੰਦ ਨੂੰ ਨਿਹਰਾ ਨਾ ਆਪਣਾ ਤੇ ਨਾ ਹੋਰ ਕਿਸੇ ਦਾ ਸਮਝੀਏ। ਉਹ ਸਾਡਾ ਵੀ ਹੈ ਤੇ ਹੋਰ ਸਾਰਿਆਂ ਦਾ ਵੀ ਹੈ। ਸੋ ਸਾਈਆਂ ਜੀਓ, ਜੇ ਆਪਣੇ ਪ੍ਰੀਤਮ ਦੇ ਹੁਕਮ ਵਿੱਚ ਟੁਰਨ ਲੱਗਿਆਂ ਗੁਰੂ ਨਾਨਕ ਦੇਵ ਜੀ ਹਰ ਇੱਕ ਨੂੰ ਨਾਲ ਲੈ ਟੁਰਦੇ ਤਾਂ ਪਿੱਛੇ ਕੌਣ ਰਹਿ ਜਾਂਦਾ। ਗੁਰੂ ਸਵਾਰੇ ਜੀਓ, ਇਹ ਦੁੱਖ ਕਿਉਂ ਕਰੀਏ ਕਿ ਜੇ ਸਾਡੇ ਆਉਂਦੇ ਤਾਂ ਸਾਨੂੰ ਨਾਲ ਲੈ ਟੁਰਦੇ। ਸਾਈਂ ਜੀ, ਤੁਸੀਂ ਸੱਚੇ ਹੋ, ਪ੍ਰੇਮ ਵਿੱਚ ਉੱਚੇ ਹੋ। ਮੇਰੀ ਮਤ ਓਨੀ ਪ੍ਰੇਮ ਗੁਦੀ ਨਹੀਂ ਹੈ, ਪਰ ਜੇ ਸੋਚ ਕਰੀਏ ਤਾਂ ਗੁਰੂ ਨਾਨਕ ਟੁਰਿਆ ਵੀ ਏ ਤੇ ਨਹੀਂ ਵੀ ਟੁਰਿਆ। ਟੁਰ ਗਏ ਦੇ ਦਰਸ਼ਨ ਆਪ ਸਾਡੇ ਦਿਲਾਂ ਵਿੱਚ ਪਾ ਗਿਆ ਏ ਤੇ ਨਾ ਟੁਰ ਗਏ ਦੇ ਦਰਸ਼ਨ ਇੱਥੇ ਹਨ। ਜੇ ਅਸੀਂ ਨਹੀਂ ਟੋਲ ਸਕੇ ਤਾਂ ਸਾਡੀ ਟੋਲ ਕਸਰਾਂ ਵਾਲੀ ਤੇ ਅਸੀਂ ਕਸੇ, ਹਾਂ ਕਸੇ। ਇਹ ਕਹਿ ਕੇ ਬੀਬੀ ਦੇ ਵੀ ਅਥਰੂਆਂ ਦੀ ਤਾਰ ਬਜ ਗਈ। ਦੁਨੀ ਚੰਦ, ਭਾਗ ਭਰੀਏ, ਅਸੀਂ ਕਸੇ ਠੀਕ, ਜੇ ਸਾਡੇ ਵਿੱਚ ਪਿਆਰ ਹੁੰਦਾ ਤਾਂ ਹੁਣ ਤਾਂ ਹੀ ਟੋਲ ਲੈਂਦੇ। ਇੰਨੇ ਨੂੰ ਕਿਸੇ ਨੇ ਸੁਫੇ ਦਾ ਬੂਹਾ ਖੜਕਾਇਆ ਤੇ ਆਵਾਜ਼ ਆਈ, ਦੁਨੀ ਚੰਦ ਵੀਰਾ, ਵੀਰਾ ਹੋ। ਦੁਨੀ ਚੰਦ ਉੱਠ ਕੇ ਬੂਹਾ ਖੋਲਣ ਨੂੰ ਆਇਆ। ਕੁੰਡਾ ਖੋਲਿਆ ਤਦ ਬਾਹਰੋਂ ਆਵਾਜ਼ ਆਈ, ਲਾ ਦੋ ਰੇ, ਲਾ ਦੋ ਰੇ, ਗੁਰੂ ਨਾਨਕ ਲਾ ਦੋ ਰੇ। ਕੁੰਡਾ ਖੁੱਲਦਿਆਂ ਸਾਰ ਆਵਾਜ਼ ਦੇਣ ਵਾਲੇ ਨੇ ਘੁੱਟ ਕੇ ਜੱਫੀ ਪਾ ਲਈ ਦੁਨੀ ਚੰਦ ਨੂੰ ਤੇ ਆਖਿਆ, ਲਾ ਦੋ ਰੇ ਗੁਰੂ ਨਾਨਕ। ਨਾਲ 25-30 ਆਵਾਜ਼ਾਂ ਹੋਰ ਆਈਆਂ, ਲਾ ਦੋ ਰੇ ਗੁਰੂ ਨਾਨਕ। ਇੰਨੇ ਨੂੰ 25-30 ਹੋਰ ਆਵਾਜ਼ਾਂ ਧਰਮਸਾਲ ਵਿੱਚ ਲਾ ਦੋ ਰੇ, ਲਾ ਦੋ ਰੇ ਕੂਕਦੀਆਂ ਆ ਵੜੀਆਂ। ਫਿਰ ਸਾਰੇ ਸਤਸੰਗ ਵਾਲੇ ਵੱਡੇ ਦਲਾਨ ਵਿੱਚ ਆ ਗਏ। ਜਿਸ ਚੌਂਕੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆ ਕੇ ਬੈਠਿਆ ਕਰਦੇ ਸਨ, ਉਸ ਦੇ ਪਾਸ ਹੀ ਭਾਈ ਸੈਣੇ ਨੇ ਜੋ ਦੁਨੀ ਚੰਦ ਨੂੰ ਜੱਫੀ ਪਾ ਕੇ ਲਿਆਇਆ ਸੀ ਬਿਠਾ ਦਿੱਤਾ। ਦੁਨੀ ਚੰਦ, ਭਾਈ ਸੈਣ ਕਿਨ ਲਾ ਦੋ ਰੇ। ਸੈਣ, ਜਿਨ ਟਿਕਿਆ ਉਹਨਾਂ ਟੋਲਿਆ। ਦੁਨੀ ਚੰਦ, ਭਾਈ ਬੁੱਢੇ ਨੇ। ਸੈਣ, ਹਾਂ। ਦੁਨੀ ਚੰਦ ਅਸਮਾਨਾਂ ਵੱਲ ਤੱਕ ਕੇ, ਬੁੱਢਾ ਵੀ ਡਾਢਾ ਹੈ, ਕਿੱਡਾ ਕਰਦਾ ਸੀ ਪਿਆਰ ਮੈਨੂੰ, ਡਿੱਠਾ ਤੇਰਾ ਪਿਆਰ, ਨਾਲ ਕਿਉਂ ਨਾ ਲੈ ਗਿਓ ਮੈਨੂੰ, ਕਲਿਆ ਜਾ ਲੱਭਿਆ ਈ। ਨੈਣ ਪਰ ਆਏ ਤੇ ਡੁੱਲ ਪਏ। ਫਿਰ ਥਿੜਕਵੀਂ ਆਵਾਜ਼ ਵਿੱਚ ਬੋਲਿਆ, ਨਾ ਗੁਰੂ ਨਾਨਕ ਲੈ ਗਿਆ ਆਪਣੇ ਪ੍ਰੀਤਮ ਦੇ ਦੇਸ਼, ਨਾ ਗੁਰੂ ਨਾਨਕ ਦਾ ਸਿੱਖ ਲੈ ਗਿਆ ਆਪਣੇ ਨਾਲ ਆਪਣੇ ਪ੍ਰੀਤਮ ਦੇ ਦੇਸ਼। ਠੰਡਾ ਸਾਹ ਲੈ ਕੇ, ਮੇਰਾ ਹੀ ਕਸੂਰ ਹੋਣਾ ਹੈ, ਮੇਰੇ ਅੰਦਰੋਂ ਅਜੇ ਮਾਇਆ ਦੀ ਮੈਲ ਨਹੀਂ ਲੱਥੀ ਹੋਣੀ। ਸਾਧ ਸੰਗਤ ਜੀ, ਮੇਰੀ ਕਾਈ ਦੂਰ ਕਰੋ ਬੇਬਲ ਹੋ ਕੇ। ਭਾਈ ਸੈਣ, ਭਾਈ ਦੁਨੀ ਚੰਦ, ਤੂੰ ਸਾਡਾ ਵੱਡਾ ਹੈ, ਤੇਰਾ ਪਿਆਰ ਡੂੰਘਾ ਹੈ, ਸਮੁੰਦਰਾਂ ਵਾਂਗ ਡੂੰਘਾ ਹੈ। ਪਰ ਵੱਡਿਆ ਵੀਰਾ, ਵੈਰਾਗ ਦਾ ਨਹੀਂ ਵੇਲਾ, ਵਧਾਈ ਦਾ ਏ। ਸ਼ੁਕਰ ਏ, ਲੱਖ ਲੱਖ ਸ਼ੁਕਰ ਏ ਕਿ ਗੁਰੂ ਲਾਦੋ ਰੇ। ਗੂੰਜ ਉੱਠੀ ਗੁਰੂ ਲਾਦੋ ਰੇ। ਸ਼ੁਕਰ ਏ ਲਾਦੋ ਰੇ ਵੀਰਾ। ਬੁੱਢਾ ਪਿਆਰ ਵਿੱਚ ਏ, ਆਪਣੇ ਲਈ ਵੀ ਸੰਗਤਾਂ ਲਈ ਵੀ। ਉਨ ਧਾਈ ਕੀਤੀ ਤੇ ਆਪਣੇ ਚੱਕ ਤੋਂ ਸਿੱਧੀ ਛੇਤੀ ਪੁੱਜਣ ਦੀ। ਉੱਥੇ ਜਿੱਥੇ ਲੋਪ ਨਾ ਹੋ ਸਕਣ ਵਾਲਾ ਚੰਨ ਬਦਲੀ ਦੀ ਛਾਵੇਂ ਲੁਕਿਆ ਬੈਠਾ ਸੀ। ਖਡੂਰੇ ਖੈਰਿਆਂ ਦੇ, ਜੇ ਬੁੱਢਾ ਪਹਿਲੋਂ ਤੁਸਾਂ ਪਾਸ ਆਉਂਦਾ, ਤੁਹਾਨੂੰ ਨਾਲ ਲੈ ਕੇ ਇੱਥੋਂ ਜਾਂਦਾ ਤਾਂ ਵਾਟ ਧੂਣੀ ਪੈਂਦੀ। ਬੁੱਢੇ ਨੂੰ ਕਾਲ ਪਈ ਸੰਗਤਾਂ ਦੀ ਵਿਆਕੁਲਤਾ ਹਰਨ ਲਈ। ਸਿੱਧਾ ਗਿਆ ਪਿੰਡੋ ਪਿੰਡੋ, ਕਬੂਤਰ ਜਿਵੇਂ ਜਾਂਦਾ ਏ ਸਿੱਧੀ ਉਡਾਰੀ। ਕਬੂਤਰ ਚਿੱਠੀ ਲੈ ਕੇ ਚਿੱਠੀਆਂ ਪਹੁੰਚਾਉਣ ਵਾਲਾ ਕਬੂਤਰ। ਹੈਂ ਸਿਰ ਕਰਦੇ ਗੁਰਮੁਖਾ, ਹੁਣ ਸਾਡੇ ਨਾਲ ਚਾਓ ਵਿੱਚ ਆ, ਧਮਾਰਾ ਪਾਈਏ ਤੇ ਗਾਵੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਖੰਗੂਰਾ ਭਰ ਕੇ। ਜੇ ਬੁੱਢਾ ਤੈਨੂੰ ਨਾਲ ਨਹੀਂ ਲੈ ਟੁਰਿਆ ਤਾਂ ਤੂੰ ਨਾ ਹੁਣ ਸਿੱਧਾ ਉਡਾਰੀ ਮਾਰ ਜਾਈਂ ਆਪਣੀ ਕਾਲੀ ਵਿੱਚ। ਆਹ ਦੇਖ, ਦਰਸ ਪਿਆਸੀ ਕਿੰਨੀ ਸੰਗਤ ਜੁੜ ਰਹੀ ਏ, ਕਿੰਨੀ ਸੁਣ ਸੁਣ ਕੇ ਰਵਾਂ ਰਵੀਂ ਆਉਂਦੀ ਪਈ ਏ। ਸਾਰੀ ਨੂੰ ਨਾਲ ਲੈ ਕੇ ਚੱਲ, ਕਰ ਦਰਸ਼ਨ ਤੇ ਕਰਾ ਦਰਸ਼ਨ। ਨਾਨਕ ਦੇਖ ਦਿਖਾਈ ਹੈ ਹਉ ਸਦ ਬਲਿਹਾਰੇ ਜਾਸ। ਦੁਨੀ ਚੰਦ ਮੁਸਕਰਾ ਕੇ, ਵੈਰਾਗ ਤੇ ਚਾਓ, ਮੈਂ ਵੈਰਾਗ ਵਿੱਚ ਹਾਂ ਤੇ ਤੁਸੀਂ ਚਾਹ ਵਿੱਚ ਹੋ। ਮੇਰੇ ਮਨ ਤੂੰ ਵੀ ਆ ਜਾ ਚਾਹ ਵਿੱਚ। ਸੋਚ ਕੇ ਤੇ ਭਾਈ ਸੈਣ ਵੱਲ ਤੱਕ ਕੇ, ਤੈਨੂੰ ਕਿਨ ਦੱਸਿਆ ਏ? ਮੈਨੂੰ ਦੱਸਿਆ ਏ ਇੱਕ ਸਿੱਖ ਨੇ ਜੋ ਖਡੂਰ ਦਾ ਰਹਿਣ ਵਾਲਾ ਹੈ, ਉਸਦਾ ਨਾਮ ਹੈ ਭਲਾ ਜਿਹਾ।
ਉਸਦਾ ਨਾਮ ਹੈ ਭਲਾ ਜਿਹਾ, ਚੇਤੇ ਨਹੀਂ ਆਉਂਦਾ। ਹਾਂ, ਉਸਦਾ ਨਾਂ ਹੈ, ਉਸਨੂੰ ਲਾਹੌਰ ਕੋਈ ਸਰਕਾਰੀ ਕੰਮ ਸੀ। ਜਾਂ ਮੈਂ ਧਰਮਸਾਲੋਂ ਸੰਧਿਆ ਵੇਲੇ ਘਰ ਗਿਆ ਹਾਂ ਤਾਂ ਉਹ ਅੱਗੇ ਆਇਆ ਹੋਇਆ ਸੀ। ਆਖਣ ਲੱਗਾ, ਭਾਈ ਬੁੱਢੇ ਆਖਿਆ ਏ ਸੈਣੇ ਦੇ ਘਰ ਨੂੰ ਜਾਣਾ ਏ ਸਿੱਧਾ ਹੈਂ, ਤੇ ਜਾ ਕੇ ਉਹਨੂੰ ਆਖੀ ਛੇਤੀ ਤੋਂ ਛੇਤੀ ਦੁਨੀ ਚੰਦ ਨੂੰ ਖਬਰ ਪਹੁੰਚਾ ਦੇਵੇ ਤੇ ਸੰਗਤ ਵਿੱਚ ਪੱਲੂ ਫੇਰ ਦੇਵੇ ਕਿ ਗੁਰੂ ਅੰਗਦ ਦੇਵ ਜੀ ਖਡੂਰ ਵਿੱਚ ਪ੍ਰਤੱਖ ਦਰਸ਼ਨ ਦਾਤਾ ਬਖਸ਼ ਰਹੇ ਸਨ। ਲੈ ਚੱਲ ਸਾਰਿਆਂ ਨੂੰ ਨਾਲ। ਦੁਨੀ ਚੰਦ, ਸ਼ੁਕਰ ਸ਼ੁਕਰ ਸ਼ੁਕਰ, ਚਲੋ ਭਾਈ ਚਲੋ, ਮੇਰੀਆਂ ਚਸ਼ਮਾਂ ਤੇ ਚਲੋ। ਸਵਾਦ ਤਾਂ ਨੈਣਾ ਭਾਰ ਟੁਰ ਕੇ ਜਾਣਦਾ ਏ, ਪਰ ਪੈਰਾਂ ਭਾਰ ਹੀ ਸਹੀ। ਨਹੀਂ, ਪੈਰਾਂ ਭਾਰ ਚਲਦਿਆਂ ਦੇਰ ਲਗਸੀ। ਉੱਡ ਕੇ ਚਲੀਏ, ਉੱਡ ਕੇ ਕਿੰਝ ਜਾਈਏ, ਖੰਭ ਹੈ ਨਹੀਂ। ਯਕਿਆਂ ਤੇ ਚਲੀਏ, ਸਵੇਰੇ ਹੀ ਤੜਕੇ ਹੀ। ਹੁਣੇ ਜਾਓ, ਕੋਈ ਅੱਡੇ ਤੋਂ ਭਾੜੇ ਕਰਾਓ, ਜੋ ਮੰਗਣ ਸੋ ਦੇ ਦਿਓ। ਆਖੋ ਮਲ ਦਲ ਤੇ ਨਿਹਾਰੀਆਂ ਦੇ ਕੇ ਘੋੜੇ ਤਿਆਰ ਕਰੋ, ਅਸਾਂ ਛੇਤੀ ਤੋਂ ਛੇਤੀ ਟੁਰ ਪੈਣਾ ਹੈ ਸੰਜਲੇ ਹੋਣ ਤੋਂ ਪਹਿਲਾਂ ਪਹਿਲਾਂ। ਸੈਣਾ, ਚਾਹੀਦਾ ਤਾਂ ਐਵੇਂ ਹੀ ਹੈ, ਪਰ ਵੀਰਾ ਤੂੰ ਕਲਿਆ ਜਾਣਾ ਹੋਵੇ ਤਾਂ ਪੁੱਗਦੀ ਹੈ। ਚਾਹੇ ਯੱਕੇ ਤੇ ਚੱਲ, ਚਾਹੋ ਸਾਂਗੜੀ ਸਵਾਰ ਚੱਲ, ਪਰ ਸੰਗਤ ਲੈ ਚੱਲ ਵੀਰਾ ਨਾਲ। ਤੂੰ ਉਪਕਾਰੀ ਹੈ। ਸੰਗਤ ਵਿੱਚ ਮਾਈ ਭਾਈ ਬਿਰਧ ਬਾਲ ਸਾਰੇ ਹੋਏ, ਬਹਿਲਾਂ ਕਰੀਏ। ਛੜੇ ਪਲਾਂਗੜੇ ਲਈ ਗੱਡੇ ਕਰ ਲਈਏ। ਖੰਡੂਰ ਅਜੇ ਧਰਮਸਾਲ ਨਹੀਂ ਪਈ, ਸੰਗਤ ਲਈ ਥਾਵਾਂ ਨਹੀਂ ਬਣੀਆਂ। ਭਾਵੇਂ ਰੁੱਤ ਪਰਖਰੀ ਹੋ ਪਈ ਏ, ਪਰ ਮੀਂਹ ਕਣੀਆਂ ਦਾ ਕੋਈ ਪਤਾ ਨਹੀਂ। ਹਵਾ ਠੰਡੀ ਵਗਦੀ ਏ, ਠਾਰੀ ਹੈ ਅਜੇ। ਨਾਲ ਜੇ ਕੋਈ ਤੰਬੋਟੀਆ ਤੇ ਛੋਲਦਾਰੀਆ ਗੱਡਿਆ ਤੇ ਲੱਦ ਚਲੀਏ ਤਾਂ ਉੱਥੇ ਪਿੰਡ ਦੇ ਲੋਕਾਂ ਤੇ ਭਾਰੂ ਨਹੀਂ ਹੋਵਾਂਗੇ। ਨਾਲੇ ਭਾਈ ਸੋਚ, ਜਿੱਥੇ ਗੁਰੂ ਉੱਥੇ ਸਭ ਕੁਛ, ਪਰ ਅੰਨ ਪਾਣੀ ਦਾ ਇਤਨੀ ਸੰਗਤ ਦਾ ਬੋਝ ਮਾਈ ਵਿਰਾਈ ਤੇ ਜਾ ਪਾਉਣਾ ਵੀ ਠੀਕ ਨਹੀਂ। ਰਸਦ ਪਾਣੀ ਵੀ ਰਾਹ ਜੋਗਾ ਤੇ ਕੁਛ ਉੱਥੋਂ ਜੋਗਾ ਲੱਦ ਲਵੀਏ। ਇੰਨਾ ਕੰਮ ਹੋਣੇ ਨਹੀਂ ਹੋ ਸਕਣਾ। ਬਾਨਣੂ ਬੰਨਣ ਤਾਂ ਹੁਣ ਤੋਂ ਹੀ ਲੱਗ ਪਈਏ, ਤੇ ਜਿਸ ਵੇਲੇ ਤਿਆਰ ਹੋ ਪਈਏ ਟੁਰ ਪਈਏ। ਗੱਲ ਕੀ, ਕੱਲ ਪਹਿਲੀ ਮੰਜ਼ਲ ਜੈਪਾਲ ਚੱਲ ਕਰੀਏ। ਭਾਈ ਦੁਨੀ ਚੰਦ, ਭਾਈ ਸੈਣ ਤੂੰ ਸਿਆਣਾ ਏ। ਸਾਧ ਸੰਗਤ ਸਭਨਾਂ ਵਿੱਚ ਤੂੰ ਸੈਨਤ ਪਾਈਏ ਗੁਰੂ ਸੇਵਾ ਦੀ। ਤੂੰ ਸਿਆਣਿਆਂ ਸੋਚਦਾਰ ਏ ਸਾਧ ਸੰਗਤ ਦੇ ਸੁੱਖ ਦਾ, ਤਦੇ ਤੇਰਾ ਨਾਂ ਏ ਸੈਣ। ਤਾਂ ਤੇ ਸਾਰੀ ਤਿਆਰੀ ਦਾ ਤੂੰ ਸਰੰਜਾਮ ਕਰ। ਮੇਰੇ ਪਾਸੇ 250 ਰੁਪਈਆ ਅੱਜ ਮੈਨੂੰ ਮਿਲੇ ਸਨ। ਮੇਰੇ ਹਿੱਸੇ ਦੀ ਰਕਮ ਮੰਡੀ ਵਿੱਚੋਂ। ਉੱਚੀ ਆਵਾਜ਼ ਨਾਲ ਬਾਰ ਵੱਲ ਤੱਕ ਕੇ ਬੋਲਿਆ, ਭਾਗਵੰਤੀਏ ਚੁੱਕ ਲਿਆ ਮਾਇਆ ਦੀ ਉਹ ਬੱਧੀ ਹੋਈ ਗੰਢ ਤੇ ਫੜਾ ਦੇ ਲਿਆ ਕੇ ਭਾਈ ਸੈਣ ਨੂੰ। ਹੋਰ ਜੋ ਥੋੜ ਹੋਵੇ ਸਾਧ ਸੰਗਤ ਕਾਮ ਤੇ ਨੇ। ਸਾਧ ਸੰਗਤ ਵਿੱਚੋਂ ਆਵਾਜ਼ਾਂ ਆਈਆਂ, ਸਭ ਮਾਇਆ ਗੁਰੂ ਨਾਨਕ ਦੀ ਏ, ਸਭ ਗੁਰੂ ਨਾਨਕ ਦੀ ਏ ਤੇ ਅਸੀਂ ਗੁਰੂ ਨਾਨਕ ਦੇ ਹਾਂ। 11ਵਾਂ ਹੈ ਪਹਿਲੀ ਕਥਾ। ਪੁਰਾਣੇ ਸਮੇਂ ਜੋ ਸੜਕ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਸੀ, ਉਹ ਲਾਹੌਰੋਂ ਟੁਰ ਕੇ ਬਿਆਸਾ ਨੂੰ ਉੱਥੇ ਕੋ ਟੱਪਦੀ ਸੀ ਜਿੱਥੇ ਕੋ ਗੋਇੰਦਵਾਲ ਹੈ, ਤੇ ਪਾਰ ਜਾ ਕੇ ਸੁਲਤਾਨਪੁਰੇ ਹੋ ਕੇ ਅੱਗੇ ਜਾਂਦੀ ਸੀ। ਲਾਹੌਰ ਤੋਂ ਟੁਰ ਕੇ 12 ਕੋਹਾਂ ਤੇ ਪਿੰਡ ਆਉਂਦਾ ਸੀ ਨੇਸ਼ਟਾ। ਅੱਜ ਕੱਲ੍ਹ ਲਾਹੌਰੋਂ ਟੁਰ ਕੇ ਜੇ ਰੇਲ ਵਿੱਚ ਆਓ ਅੰਮ੍ਰਿਤਸਰ ਨੂੰ ਤਾਂ ਇੱਕ ਸਟੇਸ਼ਨ ਆਉਂਦਾ ਹੈ। ਅਟਾਰੀ ਸਟੇਸ਼ਨ ਤੋਂ ਖੱਬੇ ਹੱਥ ਨੂੰ ਕੁਛ ਵਾੜ ਤੇ ਹੈ ਅਟਾਰੀ ਦਾ ਨਗਰ। ਇਸੇ ਤਰ੍ਹਾਂ ਕੁਛ ਵਾੜ ਤੇ ਸੱਜੇ ਹੱਥ ਹੈ ਨੇਸ਼ਟਾ। ਇਸ ਦੇ ਕੋਲ ਦੀ ਲੰਘਦੀ ਸੀ ਤਦੋਂ ਲਾਹੌਰ ਦਿੱਲੀ ਦੀ ਸੜਕ। ਇਹ ਤਦੋਂ ਫੌਜੀ ਕਾਫਲਿਆਂ ਤੇ ਮੁਸਾਫਰਾਂ ਦੇ ਉਤਰਨ ਦਾ ਸੀ ਟਿਕਾਣਾ। ਇੱਥੇ ਅੱਜ ਪੈਣਾ ਹੈ ਪੜਾਓ ਗੁਰੂ ਨਾਨਕ ਦੇਵ ਦੇ ਸਿੱਖਾਂ ਦੀ ਸੰਗਤ ਦਾ। ਪਹਿਲੇ ਪਹੁੰਚ ਪਈ ਹੈ ਇੱਥੇ ਗੱਡਿਆਂ ਦੀ ਲਾਮ ਡੋਰੀ ਜੈਪਾਲ ਤੋਂ ਟੁਰ ਕੇ। ਜਿਨ੍ਹਾਂ ਪਰ ਲੱਦੇ ਹੋਏ ਸਨ ਛੋਲਦਾਰੀਆਂ, ਵਿਛਾਈਆਂ, ਦਰੀਆਂ, ਬਿਸਤਰੇ, ਲੰਗਰ ਦਾ ਸਾਮਾਨ ਤੇ ਹੋਰ ਵਾਧੂ ਲਟਾ-ਪਟਾ। ਇਸ ਦਾ ਪ੍ਰਬੰਧ ਕੀਤਾ ਹੈ ਭਾਈ ਸੈਣ, ਕੁਝ ਹੋਰ ਪ੍ਰੇਮੀ ਤੇ ਨੌਕਰ। ਸਾਮਾਨ ਲਗਭਗ ਦੂਰਾ ਹੈ। ਵਿਉਂਤ ਇਉਂ ਦੀ ਹੈ, ਪਹਿਲਾਂ ਗੱਡੇ ਤੁਰ ਪੈਣ ਤੇ ਜਾ ਡੇਰੇ ਲਾਉਣ ਪੜਾਓ ਵਾਲੇ ਥਾਂ। ਮਗਰੋਂ ਸੰਗਤਾਂ ਬਹਿਲਾਂ ਤੇ ਰੱਥਾਂ ਤੇ ਆ ਪੜੇ। ਅੱਗੇ ਥਾਂ ਬੁਹਾਰੀ ਹੋਵੇ, ਛੋਲਦਾਰੀਆਂ ਤੰਬੋਟੀਆਂ ਲੱਗੀਆਂ ਹੋਣ, ਲੰਗਰ ਦਾ ਕੰਮ ਜਾਰੀ ਹੋਵੇ, ਪਾਣੀ ਭਰਿਆ ਹੋਵੇ,
ਲੱਕੜੀ, ਘਾਸ, ਦਾਣਾ, ਦੁੱਧ ਦਾ ਪ੍ਰਬੰਧ ਹੋਇਆ ਹੋਵੇ ਤਾਂ ਜੋ ਸੰਗੀ ਆ ਕੇ ਆਪਣੇ ਆਪਣੇ ਡੇਰੇ ਵਿੱਚ ਡੇਰਾ ਕਰ ਲੈਣ। ਪਿੱਛੇ ਟੁਰਨ ਵੇਲੇ ਜੋ ਡੇਰੇ ਤੇ ਸਾਮਾਨ ਆਦਿ ਸੰਗ ਦੇ ਲੋਕੀ ਛੱਡ ਆਏ ਸੇ, ਉਹ ਦੂਜੇ ਗੱਡਿਆਂ ਤੇ ਆਵੇ, ਸਿੱਧਾ ਲੰਘ ਜਾਵੇ ਤੇ ਅਗਲੇਰੇ ਮੁਕਾਮ ਉੱਤੇ ਉਹ ਜਾ ਡੇਰੇ ਲਾਉਣ। ਇਸ ਦਾ ਪ੍ਰਬੰਧ ਕਰਤਾ ਸੀ ਭਾਈ ਗੱਜਣ ਉਪਲ। ਸੰਗਤ ਦਾ ਟੁਰਨਾ ਸੰਕੇਤ ਸੀ ਬਹਿਲਾਂ ਰੱਥਾਂ ਉੱਤੇ ਹਲਕਾ ਸਮਾਨ ਨਾਲ ਲੈ ਕੇ। ਇਸ ਦਾ ਪ੍ਰਬੰਧ ਕਰਤਾ ਸੀ ਦੁਨੀ ਚੰਦ। ਭਾਈ ਸੈਣ, ਗੱਜਣ ਤੇ ਦੁਨੀ ਚੰਦ ਨੇ ਗੁਰੂ ਦਰਸ਼ਨਾਂ ਦੀ ਖੁਸ਼ੀ ਤੇ ਚਾਅ ਵਿੱਚ ਦੂਰਾ ਸਾਮਾਨ ਕੀਤਾ ਸੀ ਤੇ 2-3 ਮੁਕਾਮ ਰਸਤੇ ਵਿੱਚ ਕਰਨੇ ਸਨ ਤਾਂ ਜੋ ਰਸਤੇ ਦੇ ਗਿਰਾਵਾਂ ਤੋਂ ਜੋ ਗੁਰੂ ਕੇ ਸਿੱਖ ਕੋਈ ਨਾਲ ਰਲਣੇ ਚਾਹਣ ਤਾਂ ਰਲ ਪੈਣ। ਪ੍ਰੇਮ ਸ੍ਰੀ ਗੁਰੂ ਦਰਸ਼ਨ ਕਰਨ ਦਾ ਤੇ ਚਾਅ ਸੀ ਵੱਧ ਤੋਂ ਵੱਧ ਕਰਾਉਣ ਦਾ। ਸਨ ਲਾਹੌਰ ਦੇ ਸਰਦੇ ਪੁੱਜਦੇ ਵਾਲੇ ਬਹੁਤੇ। ਉਂਝ ਉਸ ਸਮੇਂ ਕਈ ਵੇਰ ਇੱਕ ਹੀਰੇ ਪ੍ਰਬੰਧ ਨਾਲ ਵੀ ਸਫ਼ਰ ਕਰਦੇ ਸਨ। ਕਦੇ ਸਾਮਾਨਾਂ ਸਮੇਤ ਸਵਾਰੀਆਂ ਗੱਡਿਆਂ ਵਿੱਚ ਚੜ੍ਹ ਬੈਠਦੀਆਂ ਸਨ ਤੇ ਮੁਕਾਮ ਤੇ ਪਹੁੰਚ ਕੇ ਆਪ ਹੀ ਸਾਰੇ ਰਲ ਕੇ ਪ੍ਰਬੰਧ ਕਰਦੇ ਸੀ। ਹੁਣ ਹਾਲੇ ਦੀ ਰੁੱਤੇ ਕੂਚ ਤੜਕੇ ਹੁੰਦਾ, ਸੂਰਜ ਬਹੁਤ ਤਪਣ ਤੋਂ ਪਹਿਲਾਂ ਡੇਰਾ ਕਰ ਲੈਂਦੇ। ਫਿਰ 4-6 ਘੜੀ ਦਿਨ ਰਹਿੰਦੇ ਤੁਰ ਪੈਣਾ ਤੇ ਰਾਤ ਖਾਓ ਪੀਓ ਵੇਲੇ ਮੁਕਾਮ ਤੇ ਅੱਪੜ ਜਾਣਾ। ਪੜਾਓ ਹਿਸਾਬ ਸਿਰ ਬਣੇ ਹੁੰਦੇ ਸਨ। ਉੱਥੇ ਰੜਾ ਹੁੰਦਾ ਸੀ ਖੁੱਲ੍ਹਾ ਉਤਾਰਿਆਂ ਲਈ, ਯੱਕੇ, ਬਹਿਲਾਂ, ਰੱਥ, ਗੱਡੀਆਂ ਲਈ। ਖੂਹ ਮੁਕਾਮਾਂ ਤੇ ਹੁੰਦੇ ਸਨ, ਸਗੋਂ 2-2, 3-3 ਕੋਹ ਤੇ ਰਾਹਾਂ ਵਿੱਚ ਵੀ ਹੁੰਦੇ ਸਨ। ਮੁਕਾਮ ਵਾਲੇ ਥਾਂ ਡੰਗਰਾਂ ਲਈ ਖੁਰਲੀਆਂ, ਪਾਣੀ ਪੀਣ ਦੇ ਚੁਬੱਚੇ ਬਣੇ ਹੁੰਦੇ ਸਨ। ਹਲਵਾਈ, ਤੰਦੂਰਾਂ ਵਾਲੇ, ਹੋਰ ਦੁਕਾਨਦਾਰ ਵੀ ਹੁੰਦੇ ਸਨ। ਦੁੱਧ, ਦਹੀਂ, ਗੁੜ, ਸ਼ੱਕਰ, ਆਟਾ, ਦਾਲ, ਘਾਹ ਪੱਠੇ ਦੇ ਪ੍ਰਬੰਧ ਵੀ ਹੁੰਦੇ ਸਨ। ਪੜਾਵਾਂ ਵਾਲੇ ਪਿੰਡ ਚੰਗੇ, ਸੁਖੀ ਤੇ ਮਾਲਦਾਰ ਹੁੰਦੇ ਸਨ ਤੇ ਉਹ ਮੁਸਾਫਰਾਂ ਪਾਸ ਵੇਚਣ ਲਈ ਸਾਮਾਨ ਤਿਆਰ ਰੱਖਦੇ ਸਨ। ਕਈ ਥਾਵਾਂ ਤੇ ਪੱਕੀਆਂ ਸਰਾਵਾਂ ਵੀ ਹੁੰਦੀਆਂ ਸਨ। ਇਹਨਾਂ ਵਿੱਚ ਰੋਟੀਆਂ ਪਕਾਉਣ ਵਾਲੀਆਂ, ਪਠਿਆਣੀਆਂ, ਹਲਵਾਈ ਤੇ ਹੋਰ ਸਾਮਾਨ ਵੇਚਣ ਵਾਲੇ ਹੁੰਦੇ ਸਨ। ਇਹਨਾਂ ਸਰਾਵਾਂ ਦੇ ਖੰਡਰ ਖੋਲੇ ਅੱਜ ਤੱਕ ਵੀ ਕਈ ਥਾਈਂ ਵੇਖਣ ਵਿੱਚ ਆਉਂਦੇ ਹਨ। ਪਹਿਲਾ ਪੜਾਅ ਨੇੜੇ ਹੀ ਜੈਪਾਲ ਪਿਆ ਸੀ, ਜੋ ਉੱਥੇ ਅੱਗੇ ਪਿੱਛੇ ਲਾਹੌਰੋਂ ਤੁਰੇ ਸਾਰੇ ਇਕੱਠੇ ਹੋ ਜਾਣ। ਅੱਜ ਗੁਰੂ ਨਾਨਕ ਦੇ ਸਿੱਖਾਂ ਦੀ ਸੰਗਤ ਦਾ ਦੂਜਾ ਪੜਾਅ ਹੈ ਨੇਸ਼ਟੇ। ਭਾਈ ਸੈਣੇ ਨੇ ਅੱਪੜ ਕੇ ਰੜਾ ਸਾਫ਼ ਕਰਵਾ ਕੇ ਡੇਰੇ ਤੰਬੂ ਲਵਾ ਦਿੱਤੇ ਹਨ। ਵੱਖੋ ਵੱਖ ਡੇਰਿਆਂ ਵਿੱਚ ਆਪੋ ਆਪਣੀ ਰੋਟੀ ਪਕੇ। ਇਹ ਗੱਲ ਪ੍ਰਬੰਧਕਾਂ ਨੇ ਵਰਜ ਦਿੱਤੀ ਸੀ। ਇਕੱਠਾ ਇੱਕੋ ਥਾਂ ਭੋਜਨ ਪਕਣਾ ਸੀ। ਹਰ ਕੋਈ ਲੋੜ ਮੁਜਬ ਲੈ ਜਾਏ, ਚਾਹੇ ਖਾ ਜਾਏ। ਇਸ ਪਿਆਰ ਵਰਤੋਂ ਦਾ ਚਾਅ ਸੀ ਤਿੰਨਾਂ ਪ੍ਰਬੰਧਕਾਂ ਨੂੰ। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੂੰ ਲੋਕੀ ਅਚੰਭੇ ਨਾਲ ਤੱਕਦੇ ਸਨ। ਸੰਗਤ ਆ ਜੁੜੇ ਤਾਂ ਹੋਰ ਅਚੰਭਾ ਹੁੰਦਾ ਸੀ। ਇਹਨਾਂ ਦਾ ਤੜਕੇ ਉੱਠਣਾ, ਗੁਰੂ ਕੀ ਬਾਣੀ ਪੜ੍ਹਨੀ, ਆਪੋ ਵਿੱਚ ਡਾਢੇ ਪਿਆਰ ਵਿੱਚ ਮਿਲਣਾ ਵਰਤਣਾ, ਇੱਕ ਦੂਜੇ ਦੀ ਸਹਾਇਤਾ ਕਰਨੀ, ਗਰੀਬ ਅਮੀਰ ਨੇ ਰਲ ਬੈਠਣਾ, ਪੁੰਨ ਦਾਨ ਦਇਆ ਦੇ ਕਰਮ ਕਰਨੇ, ਹਿੰਦੂ ਮੁਸਲਮਾਨ ਸਭ ਤੇ ਦਇਆ ਕਰਨੀ, ਸੱਚ ਬੋਲਣਾ ਭਾਵੇਂ ਕਿੰਨੀ ਖੇਚਲ ਵਾਪਰੇ, ਕੀਰਤਨ ਬਾਣੀ ਦਾ ਕਰਨਾ ਐਸਾ ਕਿ ਪੰਛੀ ਖੜੇ ਹੋ ਜਾਣ। ਇਹ ਗੱਲਾਂ ਲੋਕਾਂ ਨੂੰ ਸਤਕਾਰ ਭਰੀ ਹਰਿਆਣੀ ਵਿੱਚ ਲੈ ਜਾਂਦੀਆਂ ਸਨ, ਪਰ ਖਾਣੇ ਪੀਣੇ ਦੀ ਖੁੱਲ੍ਹ, ਚੁੱਲ੍ਹੇ ਚੌਂਕੇ ਦੇ ਭਰਮ ਤੋਂ ਕੁਝ ਸੁਤੰਤਰਤਾ ਜਿਹੀ, ਇੱਕੋ ਲੰਗਰ ਤੋਂ ਛਕ ਲੈਣਾ, ਮੂਰਤੀ ਪੂਜਾ ਤੋਂ ਉੱਕੀ ਉਦਾਸੀ, ਵਰਤ ਤੇ ਕਰਮਕਾਂਡੀ ਨੇਮਾਂ ਤੋਂ ਉਪਰਾਮਤਾ ਆਦਿ ਗੱਲਾਂ ਲੋਕਾਂ ਵਿੱਚ ਇਹਨਾਂ ਲਈ ਉਪਰਾਮਤਾ ਤੇ ਨਾਪਸੰਦੀ ਵੀ ਪੈਦਾ ਕਰਦੀਆਂ ਸਨ। ਇੱਥੇ ਵੀ ਅੱਜ ਡੇਰਾ ਆ ਉਤਰਿਆ। ਸੁਣ ਕੇ ਪਿੰਡ ਦੇ ਲੋਕੀ ਆਉਂਦੇ ਸਨ, ਹੈਰਾਨ ਹੋ ਵੇਖਦੇ ਸਨ ਕਿ ਇੱਕੋ ਵੱਡੀ ਲੋਹ ਤੇ ਫੁਲਕੇ ਪੱਕ ਰਹੇ ਹਨ, ਇੱਕੋ ਦੇਗ ਵਿੱਚ ਦਾਲ ਰਿੱਝੀ ਹੈ ਤੇ ਸਾਰੇ ਖੱਤਰੀ, ਬ੍ਰਾਹਮਣ, ਵੈਸ਼ ਆਦਿਕ ਇੱਕੋ ਥਾਂ ਤੋਂ ਲੈ ਕੇ ਖਾ ਰਹੇ ਹਨ। ਕੋਈ ਗੁਰੂ ਨਾਨਕ ਦੇ ਸਿੱਖਾਂ ਦੇ ਕੀਰਤਨ ਦੀ ਮਹਿਮਾ ਜਾਣਦੇ ਸਨ ਤੇ ਸੁਣਨ ਲਈ ਆ ਰਹੇ ਸਨ। ਗਰੀਬ, ਗੁਰਬੇ, ਸਾਂਸੀ ਆਦਿ ਅਜਾਤੀ ਲੋਕ ਦੂਰ ਇਕਲਵੰਜੇ ਆ ਬੈਠੇ ਸੇ ਕਿ ਬਚੀ ਖੁਚੀ ਝੂਠ ਮੀਠ ਤੇ ਦਾਤਿਆਂ ਦਾ ਦਿੱਤਾ ਲੈ ਕੇ ਪੇਟ ਭਰਾਂਗੇ। ਇਸ ਤਰ੍ਹਾਂ ਦੀ ਗਹਿਮਾ ਗਹਿਮ ਵਿੱਚ ਸਭ ਨੇ ਸੁਵਖਤੇ ਪ੍ਰਸ਼ਾਦ ਛਕ ਲਿਆ। ਜੋ ਸੰਝਾਂ ਵੇਲੇ ਸੋਧਰ ਰਹਿਰਾਸ ਤੇ ਕਥਾ ਮਗਰੋਂ ਛੇਤੀ ਸੋ ਜਾਣ ਤੇ ਤੜਕੇ ਕੂਚ ਹੋ ਜਾਵੇ। ਲੋਕੀ ਪ੍ਰਸ਼ਾਦ ਛਕ ਰਹੇ ਸਨ ਕਿ 10-15 ਹੋਰ ਗੁਰੂ ਕੇ ਸਿੱਖ ਲਾਹੌਰ ਵੱਲੋਂ ਆ ਗਏ।
ਇਹ ਉਹ ਸਨ ਜੋ ਲਾਹੌਰੋਂ ਬਾਹਰ ਗਏ ਹੋਏ ਅੱਜ ਲਾਹੌਰ ਆਏ ਸਨ, ਜਦੋਂ ਕਿ ਸੰਗਤ ਜੈਪਾਲ ਤੋਂ ਟੁਰ ਚੁੱਕੀ ਸੀ। ਇਹ ਖਬਰ ਪਾ ਕੇ ਸੰਗਤ ਟੁਰ ਗਈ ਹੈ। ਇਹ ਸਾਰੇ ਚੰਗੀਆਂ ਘੋੜੀਆਂ ਵਾਲੇ ਯੱਕੇ ਪਹਾੜੇ ਕਰਕੇ ਮਾਰ ਬਕਾਰੇ ਭਜਾਈ ਆਏ ਕਿ ਸੰਗਤ ਨੂੰ ਜੈਪਾਲ ਨਹੀਂ ਤਾਂ ਨੇਸ਼ਟੇ ਚੱਲ ਮਿਲਣਾ ਹੈ। ਸੋ ਵੇਲੇ ਸਿਰ ਪੁੱਜ ਗਏ। ਸੰਗਤ ਨੂੰ ਮਿਲ ਕੇ ਇਹਨਾਂ ਨੂੰ ਤੇ ਇਹਨਾਂ ਦੇ ਪ੍ਰੇਮ ਨੂੰ ਦੇਖ ਕੇ ਸੰਗਤ ਨੂੰ ਬੜੀ ਖੁਸ਼ੀ ਹੋਈ। ਜਦੋਂ ਗੁਰੂ ਕਾ ਬਖਸ਼ਿਆ ਅੰਨ ਪਾਣੀ, ਜਿਸ ਦਾ ਨਾਂ ਗੁਰੂ ਜੀ ਨੇ ਵਾਹਿਗੁਰੂ ਜੀ ਦਾ ਪ੍ਰਸ਼ਾਦ ਯਾਨੀ ਮਿਹਰ ਰੱਖਿਆ ਸੀ, ਖਾ ਪੀ ਕੇ ਵੇਲੇ ਹੋ ਗਏ ਤਾਂ ਵੱਡੇ ਸ਼ਾਮਿਆਨੇ ਹੇਠ ਸੰਗਤ ਜੁੜ ਬੈਠੀ। ਪਹਿਲੋਂ ਸੋਦਰ ਦਾ ਉਚਾਰ ਹੋਇਆ, ਫਿਰ ਰਹਿਰਾਸ ਦੇ ਜੋ ਤਦੋਂ ਪਹਿਲੀ ਪਾਤਸ਼ਾਹੀ ਦੇ ਸ਼ਬਦ ਮਾਤਰ ਸਨ ਪੜ੍ਹੇ ਗਏ। ਫਿਰ ਅਰਦਾਸ ਹੋ ਕੇ ਸੰਗਤ ਜੁੜ ਬੈਠੀ। ਜੋ ਕੋਈ ਵਾਰਤਾ ਸਤਸੰਗ ਦੀ ਗੱਲਬਾਤ ਹੋਵੇ, ਉਸ ਵੇਲੇ ਇੱਕ ਲਹਿੰਦੇ ਦੇ ਸਿੱਖ ਨੇ ਜੋ ਕੁਝ ਸਮੇਂ ਤੋਂ ਲਾਹੌਰ ਰਹਿੰਦਾ ਸੀ, ਆਪਣੀ ਬੋਲੀ ਤੇ ਲਾਹੌਰੀ ਰਲੀ ਮਿਲੀ ਬੋਲਦਾ ਸੀ ਤੇ ਹੁਣ ਯੱਕੇ ਵਿੱਚ ਆਇਆ ਸੀ, ਆਖਿਆ, ਇਹ ਦਾਸ ਥੋੜੇ ਸਮੇਂ ਤੋਂ ਸਿੱਖ ਥੀ ਆਏ ਗੁਰੂ ਬਾਬੇ ਨਾਨਕ ਦਾ, ਜਿਹਨੂੰ ਲੋਕਾਈ ਆਖਦੀ ਹੈ ਨਾਨਕ ਤਪਾ, ਜੋ ਸੱਚਮੁੱਚ ਦਾ ਏ ਗੋਬਿੰਦ ਆਪ। ਦਿਲ ਡਾਢਾ ਦੁਖੀ ਥਿਆ ਸੋ ਜਦੋਂ ਗੁਰੂ ਬਾਬੇ ਦਾ ਸੁਣਿਆ ਉੱਠ ਵੰਜਣਾ ਆਪਣੇ ਵਤਨਾਂ ਨੂੰ। ਪਰ ਕੀ ਜ਼ੋਰ ਬਾਬੇ ਨਾਲ ਕਿ ਬਾਬੇ ਦੇ ਰੱਬ ਨਾਲ। ਮੈਂ ਆਖਿਆ ਦਰਸ਼ਨ ਚੱਲ ਕਰ ਸਾਂ ਗੁਰੂ ਕੇ ਥਾਪੇ ਗੁਰੂ ਦਾ। ਫਿਰ ਸੋਹਾਂ ਸੁਣੀਵਣ ਉਹ ਛਪ ਛਪ ਬਾਂਦੇ ਨੂੰ, ਥੋ ਨਹੀਂ ਥੀਂਦਾ ਟਿਕਣ ਟਿਕਾਣੇ ਦਾ। ਅੱਜ ਸੁਣਿਆ ਜੋ ਦਿੱਤਾ ਨੇ ਦੀਦਾਰ ਤੇ ਲਾਹੌਰੋਂ ਵੰਜ ਰਹੀ ਏ ਸੰਗਤ ਗੁਰੂ ਬਾਬੇ ਦੇ ਦਰਸ਼ਨਾਂ ਨੂੰ। ਖੁਸ਼ ਥਿਆ ਸੋ ਹਿਆਓ, ਪਰ ਲਾਹੌਰੋਂ ਆ ਕੇ ਡਿੱਠਾ ਸੰਗਤ ਵੰਜ ਗਈ ਏ, ਉਦਾਸ ਥੀਆ ਸੂ। ਪਰ ਭਲਾ ਹੋਵੇ ਇਹਨਾਂ ਸਿੱਖਾਂ ਦਾ ਜੋ ਮੈਂ ਵਾਂਗ ਉਤਾਵਲੇ ਥੀਏ। ਹਾਬੇ ਮਸਲਤ ਕਰਕੇ ਯੱਕੇ ਪਹਾੜੇ ਕਰਕੇ ਵਗ ਪਏ, ਮੈਨੂੰ ਵੀ ਨਾਲ ਛਿੱਕ ਕਿਨਿਓ ਨੇ। ਭਾਗੋਆ ਦੀਦਾਰ ਥੀਏ ਗੁਰੂ ਸਿੱਖਾਂ ਦੇ, ਹੁਣ ਹੋ ਵੈਸਨ ਦੀਦਾਰ ਗੁਰੂ ਕੇ ਵੀ। ਇਸ ਸਾਥ ਮਿਲ ਬੈਠੇ ਹਾਂ ਭਾਗ ਥੀਆ। ਲਓ ਕੋਈ ਬਾਬੇ ਦਾ ਪਿਆਰਾ ਚਾਹ ਸੁਣਾਏ ਕਿ ਇਹ ਕਰਮਾਂ ਵਾਲੀ ਵਿਰਾਈ ਮਾਈ ਕੌਣ ਹੈ, ਜਿਸ ਦੇ ਘਰ ਭਾਗ ਲਾਏ ਗੁਰੂ ਨੇ। ਕੋਈ ਡਾਢੀ ਦੈਵੀ ਕੋਈ ਕਹਾਣੀ ਰੱਬ ਪਿਆਰੀ ਹੋ ਸੀ ਨਾ, ਜਿਸ ਸੇਵਾ ਘਾਲੀ 6 ਮਾਹ ਬੱਧੇ। ਕੋਈ ਗੁਰੂ ਕਾ ਲਾਲ ਮਾਈ ਦੀ ਮਹਿਮਾ ਚਾਹ ਸੁਣਾਏ। ਇਹ ਸਤਸੰਗ ਹੋ ਵੈਸੀ ਅੱਜ ਦਾ, ਸਿੱਧ ਗੋਸ਼ਟ ਗੁਰੂ ਬਾਬੇ ਦੀ ਮੈਂ ਸੁਣੀ ਆਸੂ। ਗੁਰਮੁਖ ਆਖਿਆ ਨੇ ਉਥਾਉ ਗੁਰੂ ਕੇ ਸਵਾਰੇ ਪਰ ਗ੍ਰਾਮੀ ਨੂੰ। ਗੁਰਮੁਖ ਹੋਸੀ ਨਾ ਮਾਈ ਤੇ ਮਾਈ ਦਾ ਮਰਦ ਵੀ ਹੋਸੀ ਕਣਾ ਗੁਰਮੁਖ। ਨਾਨਕ ਗੁਰਮੁਖ ਉਤਰਸ ਪਾਰੇ। ਭਾਈ ਗੁਰਮੁਖਾਂ ਦੀ ਕਥਾ ਸੁਣਾਓ, ਮਨ ਤਨ ਠੰਡਾ ਥੀਏ ਜਸ ਸੁਣ ਕੇ। ਸਾਰੀ ਸੰਗਤ ਵਿੱਚੋਂ ਆਵਾਜ਼ ਆਈ, ਠੀਕ ਆਖਿਆ ਹੈ ਵੀਰ ਨੇ। ਹੁਣ ਦਰਸ਼ਨ ਜੋ ਕਰਾਂਗੇ ਗੁਰੂ ਕੇ ਚੱਲ ਕੇ ਤੇ ਭਾਈ ਬੁੱਢੇ ਵਰਗੇ ਗੁਰੂ ਪਿਆਰਿਆਂ ਤੇ ਮਾਈ ਵਰਗੇ ਗੁਰਮੁਖਾਂ ਦੇ, ਤਦ ਮਾਈ ਦੀ ਕਥਾ ਸੁਣ ਲਈਏ ਤਾਂ ਠੀਕ ਏ। ਸੰਗਤ ਵਿੱਚ ਥੋੜਿਆਂ ਨੂੰ ਥਾਉ ਹੋ ਸੀ, ਜੇ ਹੋਸੀ ਵੀ ਤਾਂ ਜ਼ਰਾ ਭੋਰਾ ਹੀ ਹੋ ਸੀ। ਗੱਲ ਕੀ ਸਭ ਦੇ ਪਸੰਦ ਆਈ ਬਾਤ ਤੇ ਭਾਈ ਦੁਨੀ ਚੰਦ ਨੂੰ ਆਗਿਆ ਹੋਈ ਜੋ ਮਾਈ ਦੀ ਕਥਾ ਸੁਣਾਵੇ। ਤਾਂ ਭਾਈ ਦੁਨੀ ਚੰਦ ਵਿਚਕਾਰੇ ਆ ਬੈਠਾ ਤੇ ਬੋਲਿਆ, ਧੰਨ ਮੇਰਾ ਤਪਾ ਨਾਨਕ, ਧੰਨ ਮੇਰਾ ਗੁਰੂ ਨਾਨਕ, ਧੰਨ ਮੇਰਾ ਰੱਬ ਨਾਨਕ। ਮੱਥਾ ਟੇਕਿਓ ਸੋ ਨਾਨਕ ਨਾਨਕ ਨਾਨਕ, ਮੇਰਾ ਮਾਲਕ ਮਾਲਕ ਮਾਲਕ, ਜਿਨ ਤਾਰਿਆ ਮੇਰੇ ਜੇ ਮਾਇਆ ਤੰਦੂਏ ਦੀਆਂ ਅਟੁੱਟ ਤਾਰਾਂ ਵਿੱਚ ਫਸੇ ਹੋਏ ਮਹਿੰਗਲ ਨੂੰ। ਧੰਨ ਬਾਬਾ ਨਾਨਕ, ਮਾਲਕ ਪਾਲਕ ਰਾਖਾ। ਲਓ ਭਾਈ ਸੁਣੋ ਧਿਆਨ ਦੇ ਕੇ। ਗੁਜਰਾਤ ਨਗਰ ਤੋਂ ਏਠਾੜ ਨੂੰ ਇੱਕ ਜੇ ਪਿੰਡ ਮੰਗੋਵਾਲ ਕੇ ਮੱਗੋਵਾਲ, ਇੱਥੇ ਘਰ ਹਨ 63 ਜਾਤ ਦੇ ਖੱਤਰੀਆਂ ਦੇ ਚੋਖੇ। ਹਾਂ ਭਾਈ ਮੈਂ ਠੁੱਲੀਆਂ ਠੁੱਲੀਆਂ ਗੱਲਾਂ ਕਰ ਸਾਂ, ਮੈਂ ਭਾਈ ਪੜਿਆ ਗੁੜਿਆ ਕੋਈ ਨਾ। ਸੰਗਤ ਸਾਨੂੰ ਠੁੱਲੀਆਂ ਤੇਰੀਆਂ ਮਿੱਠੀਆਂ ਪਈਆਂ ਲੱਗਦੀਆਂ ਨੂੰ। ਦੁਨੀ ਚੰਦ, ਇੱਥੇ ਮੰਗੋਵਾਲ ਵਿੱਚ ਭਾਈ ਇੱਕ ਖੱਤਰੀ 63 ਰਹਿੰਦਾ ਸੀ। ਸਜੀਲਾ ਜਵਾਨ ਨੀਗਰ ਗਿਹਨੂਮਲ। ਇਸ ਦੇ ਮਾਪਿਆਂ ਪੁੱਤ ਲਈ ਕਾਕੀ ਲੱਭੀ ਦੂਰ, ਡਾਢੀ ਦੂਰ ਸਤਲੁਜੋਂ ਪਾਰ, ਰੇਤਿਆਂ ਦੇ ਦੇਸ਼ ਮਤੇ ਦੀ ਸਰਾਂ ਵਿੱਚ ਇੱਕ ਖੱਤਰੀਆਂ ਦੇ ਘਰ। ਭਾਈ ਲੇਖ ਸੰਜੋਗ ਡਾਢੇ, ਕਿੱਥੇ ਗੁਜਰਾਤ ਤੇ ਕਿੱਥੇ ਮਤੇ ਦੀ ਸਰਾਂ। ਲਓ ਭਾਈ ਜੀਵਨ ਤੋਂ ਸਾਡੇ ਵਿਆਹ ਹੋ ਗਿਆ, ਭਾਗ ਲੱਗੇ। 4 ਪੁੱਤਰ ਹੋਏ ਗਿਹਨੂਮਲ ਦੇ ਘਰ।
ਤੀਜੇ ਦਾ ਨਾਮ ਰੱਖਿਆ ਫੇਰੂਮਲ। ਇਹ ਚੰਗਾ ਸਿਆਣਾ ਨਿਕਲਿਆ। ਤ੍ਰੈ ਤਾਂ ਰਹੇ ਮੰਗੋਵਾਲ ਪਿਤਾ ਪਾਸ ਤੇ ਫੇਰੂਮਲ ਨੂੰ ਲੈ ਗਏ ਨਾਨਕੇ ਮਤੇ ਦੀ ਸਰਾਂ। ਆਪਣੇ ਕੋਲ ਹੀ ਰੱਖ ਲਈ ਉਹਨੇ ਦੋਇਤਾ, ਸਮਝੋ ਪੁੱਤ ਹੀ ਹੋ ਗਿਆ। ਵਿਆਹ ਵੀ ਕਰ ਦਿੱਤੋ ਨੇ ਦੋਇਤੇ ਦਾ ਉੱਥੇ। ਮਤੇ ਦੀ ਸਰਾਂ ਵਿੱਚ ਹੀ ਇੱਕ ਚੋਖੇ ਖੱਤਰੀ ਦੀ ਚੰਗੀ ਕਾਕੀ ਨਾਲ, ਜਿਸ ਦਾ ਨਾਂ ਸਬਰਾਈ ਸੀ। ਫਿਰ ਲਓ ਜੀ, ਰਿਜਕ ਵੀ ਉੱਥੇ ਹੀ ਲਵਾ ਦਿੱਤੋ ਨੇ। ਫੇਰੂਮਲ ਡਾਢਾ ਹਿਸਾਬੀ, ਫਾਰਸੀਆਂ ਦਾ ਮੁਨਸ਼ੀ ਤੇ ਵਹੀ ਖਾਤੇ ਦਾ ਉਸਤਾਦ ਨਿਕਲਿਆ। ਮਤੇ ਦੀ ਸਰਾਂ ਦਾ ਸਾਜੇ ਚੌਧਰੀ। ਰੱਬ ਤੁਹਾਡਾ ਭਲਾ ਕਰੇ। ਤਖਤ ਮਲ 60-70 ਗਿਰਾਵਾਂ ਦਾ ਮਾਲਕ, ਮਾਲ ਮਿਲਖਾਂ ਵਾਲਾ ਮੰਨਿਆ, ਪਰ ਮੰਨਿਆ ਸਰਕਾਰੇ ਦਰਬਾਰੇ ਵੀ। ਉਸ ਰੱਖ ਲਿਆ ਫੇਰੂਮਲ ਨੂੰ ਮੁਨਸ਼ੀ ਮੁਤਸਦੀ ਤੇ ਫਿਰ ਬਣਾ ਲਿਆ ਕਾਰਦਾਰ। ਫੇਰੂਮਲ ਬੜਾ ਸੁੱਚਾ ਤੇ ਨੇਕ ਬੰਦਾ ਸੀ। ਅੱਖ ਨੀਵੀਂ ਰੱਖ ਸਾਈਂ ਦੀ, ਕੱਖ ਦਾ ਨਾ ਰਵਾਦਾਰ, ਪੱਖ ਕਿਸੇ ਦਾ ਨਾ, ਉਂਝ ਵੀ ਮਿਲਾਪੜਾ, ਪੂਰਾ ਤੋਲ, ਸੱਚਾ ਬੋਲ। ਮਾਲਕ ਨੇ ਵੀ ਉਸ ਦੇ ਭਰ ਦਿੱਤੇ ਆਰ ਬੁਖਾਰ। ਚੰਗਾ ਰਾਜ਼ੀ ਹੋ ਗਿਆ ਫੇਰੂਮਲ। ਦੁਨੀਆ ਵੀ ਖੁਸ਼ ਉਸ ਨਾਲ, ਮਾਲਕ ਵੀ ਖੁਸ਼। ਜਿਸ ਨਾਲ ਮਾਲਕ ਖੁਸ਼, ਸਭ ਕੋਈ ਖੁਸ਼ ਉਸ ਨਾਲ। ਤਖਤ ਮਲ ਦਾ ਟੱਬਰ ਵੀ ਸਾਰਾ ਖੁਸ਼, ਇੱਥੋਂ ਤਾਈਂ ਕਿ ਟੱਬਰ ਵਿੱਚ ਫੇਰੂਮਲ ਘਰ ਦਾ ਹੀ ਬਣ ਗਿਆ ਬੰਦਾ। ਲਓ ਹੁਣ ਅੱਗੇ ਸੁਣੋ। ਤਖਤ ਮਲ ਦੇ ਘਰ ਵਿੱਚ ਸੀ ਉਸ ਦੀ ਵੋਟੀ, ਜਿਨ੍ਹਾਂ ਜਾਏ 7 ਪੁੱਤਰ ਤੇ 1 ਧੀ। ਇਹ ਧੀ ਸਾਜੇ ਵਿਰਾਈ, ਨਾ ਤਾਂ ਹੈ ਸੀ ਵੀਰਾਂ ਬਾਈ, ਪਰ 7 ਭਰਾਈ ਕੇ 7 ਵਿਰਾਈ ਵੀ ਆਖਦੇ ਸਨ। ਜੰਮੀ ਜੋ ਸੀ 7 ਭਰਾਵਾਂ ਮਗਰੋਂ। ਮਾਂ ਨੂੰ ਪਿਆਰੀ ਧੀ, ਪਰ ਪਿਓ ਨੂੰ ਡਾਢੀ ਹੀ ਪਿਆਰੀ ਸੀ। ਉਹ ਲਾੜ ਨਾਲ ਕੁਆਇਆ ਕਰੇ ਵਿਰਾਈ, ਸੋਈਓ ਨਾਉ ਪੱਕ ਗਿਆ ਉਸ ਦਾ ਸੋਹਰੇ ਪੇਕੇ ਵਿਰਾਈ। ਫੇਰੂਮਲ ਵਿਰਾਈ ਨੂੰ ਭੈਣ ਜੀ ਕਰਕੇ ਸੱਦਾ ਸੀ। ਹੋ ਜੋ ਗਿਆ ਟੱਬਰ ਦਾ ਬੰਦਾ ਸੁਣਿਆ ਜੇ। ਵਿਰਾਈ ਬੜੇ ਠਹਿਰੇ ਹੋਏ ਸੁਭਾਅ ਦੀ ਸੀ। ਅਕਲ ਦਾ ਕੋਟ ਸੀ, ਸ਼ਰਮ ਦੀ ਮੂਰਤ ਸੀ। ਖਿੜੇ ਮੱਥੇ ਹੰਸੂ ਹੰਸੂ ਕਰਦੀ, ਹੱਥ ਦੀ ਖੁੱਲੀ ਦਾਤੀ। ਇਨ੍ਹਾਂ ਗੁਣ ਕਰਕੇ ਐਸੀ ਪਿਆਰੀ ਹੋਈ, ਪਿਓ ਦੀ ਡਾਢੀ ਲਾਡਨੀ ਹੋ ਗਈ। ਤਖਤ ਮਲ ਨੂੰ ਜੋ ਕੁਛ ਵਿਰਾਈ ਆਖੇ, ਉਹ ਅੱਗੋਂ ਮੋੜ ਨਹੀਂ ਸੀ ਸਕਦਾ। ਲਓ ਸੁਣੋ ਹੋਰ ਕਥਾ। ਫੇਰੂਮਲ ਨੂੰ ਹੋਰ ਭਾਗ ਲੱਗਾ। ਇਸ ਦੀ ਵੋਟੀ ਦਾ ਨਾਮ ਸੀ ਸਬਰਾਈ। ਇਸ ਮਾਈ ਦੇ ਘਰ ਰੱਬ ਜੀ ਨੇ ਪੁੱਤਰ ਦਿੱਤਾ, ਨਾਮ ਰੱਖਿਆ ਲਹਿਣਾ ਮਲ। ਜਿਸ ਦਾ ਨਾਮ ਲਹਿਣਾ, ਉਸ ਦਾ ਲੈਣਾ ਹੀ ਲੈਣਾ। ਇੱਕ ਸਿੱਖ ਹੁੰਦੀ ਗੱਲ ਟੁਕਣੀ ਪਾਪ ਏ, ਪਰ ਕਦੋਂ ਕੋਦੀਆਂ ਗੱਲਾਂ ਪੇ ਕਰਦੇ ਹੋ। ਦੁਨੀ ਚੰਦ ਮੈਨੂੰ ਹੋਰ ਤਾਂ ਪਤੇ ਨਹੀਂ, ਪਰ ਫੇਰੂ ਦੇ ਘਰ ਪੁੱਤਰ ਜਨਮੇ ਦਾ ਸਮਤ ਬਾਬੇ ਬੁੱਢੇ ਇੱਕ ਵੇਰੀ ਦੱਸਿਆ ਸੀ। 1561 ਬਿਕਰਮੀ ਵੈਸਾਖ ਸੁਦੀ ਏਕਮ। ਇਹ ਸੋਹਣਾ ਨੀਂਗਰ ਖੇਡਦਾ, ਮੌਲਦਾ, ਪਲਦਾ ਤਖਤ ਮਲ ਦੇ ਘਰ ਵੀ ਖੁੱਲਾ ਆਉਂਦਾ ਜਾਂਦਾ ਸੀ। ਸਾਰਾ ਟੱਬਰ ਇਸ ਨੂੰ ਪਿਆਰ ਕਰਦਾ ਸੀ। ਵਿਰਾਈ ਚਾਹੇ ਕਦੇ ਕਦਾਈ ਪੇਕੇ ਆਉਂਦੀ ਸੀ, ਪਰ ਜਦ ਆਉਂਦੀ ਲਹਿਣਾ ਜੀ ਨੂੰ ਬਹੁਤ ਪਿਆਰ ਕਰਦੀ ਤੇ ਉਹ ਵੀ ਭੂਆ ਜੀ ਕਰਕੇ ਬੁਲਾਉਂਦੇ। ਵਿਰਾਈ ਨੂੰ ਫੇਰੂਮਲ ਜਦ ਆਖਦਾ ਸੀ ਭੈਣ ਜੀ, ਤਾਂ ਇਸ ਬਾਲਕ ਨੇ ਸੱਦਣਾ ਹੀ ਸੀ ਉਹਨਾਂ ਨੂੰ ਭੂਆ ਜੀ। ਸੁਣਿਆ ਜੇ। ਹੁਣ ਸੁਣੋ ਲੇਖਾ ਸੰਜੋਗਾਂ ਦਾ। ਵਿਰਾਈ ਵਿਆਹੀ ਹੋਈ ਸੀ ਸਤਲੁਜੋਂ ਪਾਰ, ਉਧਰੋਂ ਪਾਰ, ਸਾਡੀ ਵੱਲੋਂ ਉਰਾਰ, ਖਹਿਰਿਆਂ ਦੇ ਖਡੂਰ, ਚੌਧਰੀ ਮਹਿਮੇ ਨਾਲ। ਜੋ ਸਾਜੇ ਤਖਤ ਮਲ ਜਿਹੜਾ ਤਾਂ ਨਾ, ਪਰ ਚੰਗਾ ਸਰਦੇ ਪੁੱਜਦੇ ਵਾਲਾ ਚੌਧਰੀ। ਉਤੋਂ ਭਰ ਦਿੱਤੇ ਉਸਦੇ ਆਰ ਬੁਖਾਰ ਤਖਤ ਮਲ ਨੇ ਦੌਲਤ ਨਾਲ। ਹੋਰ ਲਓ ਲੇਖਾਂ ਸੰਜੋਗਾਂ ਦੀ ਗੱਲ। ਲੈਣੇ ਜੀ ਦੀ ਕੁੜਮਾਈ ਵੀ ਹੋ ਗਈ ਖਡੂਰ ਦੇ ਲਾਗੇ ਜੇ ਪਿੰਡ ਸੰਗਰ, ਜੋ ਕੋਈ ਮਸਾਂ 2 ਕੋ ਹੋ ਸੀ। ਇੱਕ ਬੜੇ ਧਨਾੜ ਸ਼ਾਹ ਪਿੰਡ ਦੇ ਸ਼ੌਕਾਰ ਘਰ। ਉਸ ਦਾ ਨਾਮ ਹੈ ਭਲਾ ਜਿਹਾ ਸੋਚ ਕੇ ਦੇਵੀ ਚੰਦ। ਜ਼ਾਤ ਦਾ ਮਰਵਾਹਾ ਖੱਤਰੀ। ਸੁਭਾਗ ਬੀਬੀ ਜਿਸ ਨਾਲ ਸ੍ਰੀ ਲਹਿਣਾ ਜੀ ਦਾ ਵਿਆਹ ਹੋਇਆ, ਉਸ ਦਾ ਨਾਮ ਸੀ ਬੀਬੀ ਖੇਮ ਬਾਈ। ਪਰ ਮਾਪੇ ਲਾੜ ਨਾਲ ਸੱਦਣ ਖੀਵੀ, ਸੋ ਖੀਵੀ ਹੀ ਪੱਕ ਗਿਆ ਨਾ। ਲਓ ਹੁਣ ਵੇਖੋ ਕਰਤਾਰ ਦੇ ਰੰਗ। ਮਰਦਾਨੇ ਨੂੰ ਆਖਦੇ ਹੁੰਦੇ ਸਨ ਨਾ ਗੁਰੂ ਬਾਬਾ ਜੀ, ਦੇਖ ਮਰਦਾਨਿਆਂ ਕਰਤਾਰ ਦੇ ਰੰਗ। ਉਹ ਜੋ ਫੇਰੂਮਲ ਸੀ,
कारदार घर बार दा मुख्तारकार करना रब दा ऐसा होया कि गुस्से हेठ आ गया तख्तमल दे। तख्तमल सी करड़ा लठ, अचुक अचाऊं, जिस गले हठ ते आ गया फिर कौन मोड़े। एक वेर हिसाब करके जो चिट्ठा बनिया तां कापा, जाने राम की वरती। जो किसे वड्डे दे घर मुख्तार बने उसदे कई लागू किवें होई। चिट्ठे विच सी कापा कई हज़ार दा, बस चल गई दूतां दी। लोहे दा थण कर दितो ने तख्तमल नूं, उस भोरे विच आ कत्या फेरूमल नूं। आखे पर भाई कापा, नहीं तां घाल दे आपा। हज़ारां दे कापे कित्थों भरे शोधा, ते जो रवादार ना होवे कख दा तां भरे भी क्यों। बथेरा दर्दी लोकां ने कहा चौधरी फेरूमल विच पहमानगी है नहीं हो, कोई भुलेवा ही पर मन्ने कौन। तू कहो मैं कहो सामियां मुजेरे कहण, घरों वोटी कहे पुत आखण, पर तख्तमल इक ना मने। एक दिन होनहार कुमार उमरां दे नैण रसीले वाले लैणे नूं नैण भरे वेख के कहण लगी माई विराई दी मां, पुत मां सदके जी भयाणा ना हो। मां वारी मैं तैनू राह दसनी आ, पुछ ना गिछ ते जा खडूर विराई कोल। ਉਹ ਏ ਪਿਓ ਦੀ ਲਾਡਲੀ, ਤੈਨੂੰ ਪਤਾ ਹੀ ਏ। ਉਸਨੂੰ ਜਾ ਕੇ ਕਹੋ ਤੈਨੂੰ ਉਹ ਜਾਣਦੀ ਏ ਭਤੀਜਾ, ਜਿਵੇਂ ਸਕਾ ਹੁੰਦਾ ਏ ਭਰਾ ਦਾ ਪੁੱਤ। ਬਸ ਪੁੱਤ ਜੇ ਉਸਨੇ ਸੁਨਾਹਾ ਘੱਲ ਦਿੱਤਾ ਚੌਧਰੀ ਨੂੰ ਤਾਂ ਤੇਰੇ ਪਿਓ ਦੀਆਂ ਸੱਤੇ ਖੈਰੀ। ਵਿਰਾਈ ਦੀ ਸਿਫਾਰਿਸ਼ ਖਾਲੀ ਨਹੀਂ ਹੋ ਜਾਣ ਲੱਗੀ। ਜਾ ਵੀਰਾ ਮਾਂ ਦੇ ਆਖੇ ਲੱਗ ਤੇ ਭੰਨਾ ਜਾ, ਨਾ ਪੁੱਛ ਥਿਤ ਨਾ ਪੁੱਛ ਵਾਰ। ਲਓ ਬਾਬੇ ਦੇ ਤਾਰਿਓ ਲਹਿਣਾ ਜੀ ਖਡੂਰ ਆਏ, ਮਾਈ ਵਿਰਾਈ ਨੂੰ ਮਿਲੇ, ਸਾਰੀ ਦਸਿਓ ਨੇ ਵਾਰਤਾ। ਲਓ ਹੁਣ ਦੇਖੋ ਕਰਤਾਰ ਦੇ ਕਰਣੇ। ਮਾਈ ਸੁਣ ਕੇ ਆਖਣ ਲੱਗੀ ਮੈਂ ਪਿਤਾ ਜੀ ਨੂੰ ਆਖ ਕਲਾਂਗੀ, ਛੱਡ ਦੇਣਗੇ ਤੇਰੇ ਬਾਪੂ ਨੂੰ। ਮੇਰੇ ਕਿਹਾ ਲੋੜ ਪਈ ਤਾਂ ਮੈਂ ਆਪ ਚੱਲਾਂਗੀ, ਵੀਰ ਫੇਰੂਮਲ ਨੂੰ ਭੋਰੇ ਤੋਂ ਖਲਾਸੀ ਦਿਵਾਵਾਂਗੀ। ਪਰ ਲੈਣਾ ਜੀ ਤੇਰੇ ਪਿਤਾ ਤੇ ਮੇਰਾ ਵੀਰ ਫੇਰੂ ਏ हेर फेर तो खाली, सुद्धा साफ सुचा। ਉਹਨੂੰ ਕਲੰਕ ਤਾਂ ਲੱਗਾ ਰਹੂ ਨਾ ਪੈਮਾਨਗੀ ਦਾ। ਛੁੱਟ ਗਿਆ ਤੇਰੇ ਆਖੇ ਤਾਂ ਉਜਲਾ ਤਾਂ ਨਾ ਹੋਇਆ। ਮੈਂ ਉਸ ਨੂੰ ਉਜਲਾ ਕਰਨਾ ਹੈ। ਵੀਰ ਮੇਰਾ ਉਜਲ ਏ, ਕੋਈ ਉਂਝ ਲੱਗੀ ਏ ਉਸ ਨੂੰ, ਜਿਵੇਂ ਲੋਕੀ ਆਖਦੇ ਨੇ ਕੋਈ ਪੱਥਰ ਚੌਥ ਦਾ ਦੇਖ ਬਿਠਾਏ ਚੰਦ ਖਬਰੇ। ਉਹਦੀ ਉਂਝ ਧੋਣੀ ਏ, ਪੁੰਨਿਆਂ ਦੇ ਚੰਦ ਵਰਗਾ ਨਿਖਾਰਨਾ ਏ। ਸੋ ਲੈ ਹੁਣ ਭਾਗ ਭਰਿਆ, ਇੱਕ ਕੰਮ ਕਰ। ਇੱਥੇ ਆਏ ਹੋਏ ਨਹੀਂ ਇੱਕ ਰੱਬ ਦੇ ਪਿਆਰੇ ਰੱਬ ਰੂਪ ਆਪ, ਖੂਹ ਤੇ ਠਹਿਰੇ ਹੋਏ ਨਹੀਂ। ਮੈਂ ਜਾਣੀ ਆ ਰੋਜ਼ ਸਵੇਰੇ ਦਰਸ਼ਨ ਕਰਨ, ਕੀਰਤਨ ਸੁਣਨ ਤੇ ਲੱਸੀ ਪਾਣੀ ਲੈ ਕੇ। ਤੂੰ ਚੱਲ ਮੇਰੇ ਨਾਲ। ਹੁਣ ਰੋਟੀ ਲੈ ਕੇ ਜਾਣਾ ਏ ਮਹਿਰੀ ਨੇ ਤੇ ਮੈਂ। ਉਹ ਰੇਖ ਵਿੱਚ ਮੇਖ ਮਾਰਨਗੇ, ਐਸੀ ਮੇਖ ਕਿ ਵੀਰਾ ਮੇਰਾ ਉਜਲਾ ਹੋ ਕੇ ਛੁੱਟੇਗਾ। ਲਓ ਭਲਾ ਸਾਧ ਸੰਗਤ ਜੀ ਦੱਸੋ ਕੌਣ ਸੀ ਸੰਤ ਰੱਬ ਦਾ ਪਿਆਰਾ? ਬੁੱਝੋ ਉਹ ਸਾਜੇ ਲੋਕਾਂ ਦਾ ਤਪਾ ਗੁਰੂ ਨਾਨਕ ਤੇ ਮੇਰਾ ਰੱਬ ਗੁਰੂ ਨਾਨਕ। ਇਹ ਕਹਿ ਕੇ ਨੈਣ ਭਰ ਆਏ, ਡੁੱਲ ਪਏ, ਬੁੱਲ ਥਿੜਕ ਪਏ ਤੇ ਚੁੱਪ ਹੋ ਗਿਆ ਦੁਨੀ ਚੰਦ। ਕੁਛ ਚਿਰ ਠਿਠੰਬਰ ਕੇ ਲਓ ਜੀ ਵਗ ਗਏ ਦੋਵੇਂ, ਸੋਹਣੇ ਗੁਰੂ ਨਾਨਕ ਕੋਲ ਜਾ ਮੱਥਾ ਟੇਕਿਆ। ਸਾਰੀ ਸੁਣਾਈ ਪਿਓ ਦੀ ਕਥਾ। ਗੁਰੂ ਨਾਨਕ ਪਿਆਰੇ ਨੇ ਸੁਣੀ ਕਥਾ ਤੇ ਡਿੱਠੋ ਨੇ ਲੈਣਾ ਜੀ ਨੂੰ ਕਿਸੇ ਡੂੰਘੀ ਨਜ਼ਰ ਨਾਲ ਤਾਂ ਹੱਸ ਪਏ। ਆਖਣ ਲੱਗੇ ਤੇਰਾ ਨਾਂ ਕੀ ਹੈ ਕਾਕਾ? ਗੱਭਰੂ ਨੇ ਕਿਹਾ ਲੈਣਾ। ਕਹਿਣ ਲੱਗੇ ਓਏ ਤੂੰ ਤਾਂ ਲੈਣਾ ਹੈ, ਤੂੰ ਕਿਸੇ ਦਾ ਕਾਸ ਨੂੰ ਦੇਣਾ ਹੈ। ਜਾ ਵਗਿਆ ਜਾ, ਪਿਓ ਦਾ ਚਿੱਠਾ ਜਾ ਕੇ ਆਪ ਲੈ ਤੇ ਕਰ ਪੜਚੋਲ ਪੜਤਾਲ। ਚਿੱਠੇ ਵਿੱਚ ਭੁੰਗ ਪਾਇਆ ਏ ਜੋ ਤੂੰ ਕੱਢ ਲਏਗਾ ਆਪ। ਚਿੱਠਾ ਸਾਫ, ਦੋਸ਼ ਮਾਫ, ਆਪੇ ਮਾਫ, ਨਾ ਕੋਈ ਪਾਪ ਤੇ ਨਾ ਕੋਈ ਮਾਪ। ਕਿਸ ਦੀ ਕੁਸ਼ਾਮਦ ਤੇ ਕਿਸ ਦੀ ਮੁਛੰਦਗੀ। ਜਾ ਸੋਹਣਿਆ ਵਗ ਜਾ ਵਤਨਾਂ ਨੂੰ। ਮੱਥਾ ਟੇਕ ਕੇ ਵਿਰਾਈ ਤੇ ਲੈਣਾ ਜੀ ਟੁਰ ਪਏ ਪਿੰਡ ਨੂੰ। ਲਓ ਜੀ ਫਿਰ ਉਤਾਵਲਾ ਹੋ ਸੁਭਾਗ ਹੋਇਆ। ਲੈਣਾ ਟੁਰ ਪਿਆ ਖਡੂਰ ਤੋਂ ਮੱਤੇ ਦੀ ਸਰਾਂ ਨੂੰ, ਪਿਓ ਦੀ ਇੱਜ਼ਤ ਉਜਲੀ ਦਾ ਵਰ ਲੈ ਕੇ।
ਜਾ ਪਹੁੰਚੇ ਮਤੇ ਦੀ ਸਰਾਂ। ਵਿਰਾਈ ਦਾ ਸੁਨੇਹਾ ਪੁੱਜ ਗਿਆ ਬਾਪੂ ਨੂੰ ਹਲਕਾਰੇ ਹੱਥ ਵੱਖਰਾ, ਕਿ ਫੇਰੂ ਮੇਰਾ ਵੀਰ ਏ ਤੇ ਉਹ ਦੁੱਧ ਧੋਤਾ ਮੋਤੀ ਏ। ਚਿੱਠਾ ਦਿਓ ਲੈਣੇ ਨੂੰ ਉਹ ਸੋਧੇਗਾ ਤੇ ਸੱਚ ਨਿਤਰ ਆਵੇਗਾ ਆਪੇ। ਪਰ ਫੇਰੂ ਵੀਰ ਨੂੰ ਹੁਣੇ ਕੱਢ ਦਿਓ ਭੋਰਿਓ ਮੇਰੀ ਖਾਤਰ, ਹੁਣੇ ਹੁਣੇ ਬਾਪੂ ਜੀਓ। ਫੇਰੂ ਆਪਣੇ ਪੁੱਤ ਨਾਲ ਬਹਿ ਕੇ ਸੋਧੇਗਾ ਚਿੱਠਾ। ਲਓ ਜੀ ਰੱਬ ਸੰਤ ਦਾ ਵਰ, ਮਾਈ ਦੀ ਸਿਫਾਰਿਸ਼, ਸੱਚ ਸੱਚੇ ਸਦਾ। ਚਿੱਠੇ ਵਿੱਚੋਂ ਲੱਭ ਗਿਆ ਭੰਗ ਜਾਣ ਕੇ ਕਿਸੇ ਦਾ ਪਾਇਆ ਭੁੰਗ, ਕਿ ਆਪ ਕਿਵੇਂ ਪੈ ਗਿਆ ਭੁੰਗ ਤੇ ਪਹਿਲੋਂ ਨਾ ਫੜਿਆ ਜਾ ਸਕਿਆ ਭੁੰਗ। ਬਸ ਫਿਰ ਕੀ ਸੀ ਫੇਰੂ ਦੀ ਇੱਜ਼ਤ ਸਾਫ਼, ਅੱਗੇ ਤੋਂ ਦੂਣ ਸਵਾਈ ਇੱਜ਼ਤ ਅਬਰੋ ਬਣ ਗਈ। ਇੱਥੇ ਕੋ ਆ ਕੇ ਦੁਨੀ ਚੰਦ ਨੇ ਕਥਾ ਬਸ ਕਰ ਦਿੱਤੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।